बहुत स्वागत है जी सारिਆਂ ਦਾ। मैं हाँ सुरिंदर ढिल्ला, लैंडमार्क इमीग्रेशन के CEO जसमीत सिंह भाटिया जी इस वक्त साडे नाल मौजूद ने। और पूरे पंजाब के स्टूडेंट्स नूं हुण पता लग गया कि हर रोज़ जसमीत भाटिया जी और मैं असी 3 बजे इकट्ठे लाइव होंने हाँ हर रोज़ स्टूडेंट्स नूं नवे अपडेट शेयर करने के लिए और उन्होंने सवालों के जवाब भाटिया जी दिंदे ने। अज एक होर बड़ा इंपॉर्टेंट इशू है जिहड़ा इस रिकॉर्डिड शो के विच असीं तुहाडे नाल साझा करन जा रहे हैं। कैनेडा स्पाउस वीज़ा, कैनेडा दे विच डिपेंडेंट वीज़ा, ये दोवें तरह के जिहड़े वीज़े ने इस लॉकडाउन के दरम्यान और पिछले काफ़ी समय तो जदों AIP का प्रोसैस शुरू होया है, इन्हां दे उत्ते बहुत घट गल हुई, जबकि बहुत सारे स्टूडेंट्स दे इस बारे सवाल ने। सो कि डिपेंडेंट वीज़ा तो कैनेडा स्पाउस वीज़ा तो भी कोई अपडेट है बिल्कुल फ्रैश या कुछ दिन पुराना, अज की स्टेटस है स्पाउस वीज़ा का, ये सारे विषय रहने जिन्हों पर गल करांगे भाटिया जी ना। भाटिया जी बहुत स्वागत है। सत श्री अकाल। भाटिया जी, कैनेडा स्पाउस वीज़ा अज कित्थे खड़ा है डिपेंडेंट वीज़ा? सी एक तो काफ़ी सारे स्टूडेंट्स ने ऑफलाइन फाइल्स पुट कीतियां होईयां सी उन्होंने स्पाउस ने, सो उन्होंने डिले का सामना करना पै रहा। सो ओपन स्पाउस जिमें डिपेंडेंट ओपन वर्क परमिट भी कह लीदा, स्पाउस डिपेंडेंट वीज़ा भी कह लीदा। नॉर्मली स्टूडेंट्स उन्होंने ऑफलाइन फाइल सबमिट करते सी, वेयर एज लैंडमार्क इमीग्रेशन हमेशा ही सारे स्टूडेंट्स नूं ऑनलाइन फाइल्स बारे सजैसट करती है। तो जो भी असीं लाइव करते हैं तो ऑफलाइन फाइल जिन्हां ਦੀਆਂ ਲੱਗੀਆਂ ਹੋਈਆਂ ਸੀ ਉਹਨਾਂ ਤੇ डिले हैगा। ਤੁਹਾਨੂੰ पता ही होएगा कि हाई कमीशन ने कहा ਸੀ कि दे विल गिव प्रेफरेंस टू ऑनलाइन सबमिटेड फाइल्स एंड ਜਿਹੜੀਆਂ ऑफलाइन फाइल सबमिटेड हैगियां ਉਹ ਉਦੋਂ ਹੀ ਪ੍ਰੋਸੈਸ ਹੋਣਗੀਆਂ ਜਦੋਂ VFS ਖੁੱਲੇਗਾ। और काफ़ी सारे स्टूडेंट्स ਨੂੰ ਉਹਨਾਂ ਦੇ ਡਾਕੂਮੈਂਟਸ ਵੀ ਵਾਪਸ ਕਰ ਦਿੱਤੇ ਗਏ और ਪਾਸਪੋਰਟ भी वापस कर ਦਿੱਤੇ गए। ਹੁਣ ਜਿਹੜਾ ਮੁੱਦਾ ਇਹ ਹੈ ਕਿ ਕੀ ਕਹਿੰਦੇ ਆ, ਅਸੀਂ ਇਹ ਚੀਜ਼ ਡਿਸਕਸ ਨਹੀਂ ਕੀਤੀ ਕਿਉਂਕਿ ਹੋਰ ਬਹੁਤ ਚੀਜ਼ਾਂ ਡੇਲੀ ਦੇ ਬੇਸਿਸ ਤੇ ਅਪਡੇਟ ਰਹਿੰਦੇ ਆ ਜਿਹੜੇ ਸਟੂਡੈਂਟਸ ਨਾਲ ਅਸੀਂ ਸ਼ੇਅਰ ਕਰਦੇ ਸੀ। ਔਰ ਓਪਨ ਸਪਾਊਸ ਵੀਜ਼ਾ ਜਾਂ ਜਿਹਨੂੰ ਕਹਿੰਦੇ ਓਪਨ ਵਰਕ ਪਰਮਿਟ, ਸਪਾਊਸ ਡਿਪੈਂਡੈਂਟ ਵੀਜ਼ਾ, ਵੱਖ-ਵੱਖ ਨਾਂ ਲੈਂਦੇ ਸਾਰੇ ਹੀ ਇਹਦਾ। ਸੋ ਇੱਕ ਪਾਇਲਟ ਪ੍ਰੋਗਰਾਮ ਪ੍ਰੋਜੈਕਟ ਹੈਗਾ ਸੀ ਪਹਿਲਾਂ ਕੈਨੇਡਾ ਸਰਕਾਰ ਜਿਵੇਂ ਦੇਖਿਆ ਕਿ ਬਹੁਤ ਸਾਰੇ ਸਟੂਡੈਂਟਸ ਕੀ ਕਹਿੰਦੇ ਆ ਕੈਨੇਡਾ ਵਿੱਚ ਆ ਰਹੇ ਆ, ਸੋ ਉਹਨਾਂ ਦੇ ਸਪਾਊਸ ਨੂੰ ਕੈਨੇਡਾ ਲਿਆਉਣ ਵਾਸਤੇ ਇੱਕ ਪਾਇਲਟ ਪ੍ਰੋਗਰਾਮ ਲਾਂਚ ਕੀਤਾ ਗਿਆ ਸੀ, ਜਿਵੇਂ ਅਟਲਾਂਟਿਕ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ, ਰੀਜਨਲ ਇਮੀਗ੍ਰੇਸ਼ਨ ਨਾਰਦਰਨ ਪਾਇਲਟ ਪ੍ਰੋਗਰਾਮ, ਇੱਦਾਂ ਦੇ ਸਾਰੇ ਪ੍ਰੋਗਰਾਮ ਲਿਆਦੇ ਗਏ ਸੀ ਪਾਇਲਟ ਪ੍ਰੋਗਰਾਮ ਕਿ ਉਹਨਾਂ ਨੂੰ ਚੈੱਕ ਕਰਨ ਲਈ ਕਿ ਕਿੱਦਾਂ ਦੀ ਪਰਫਾਰਮੈਂਸ ਰਹਿੰਦੀ ਹੈ। ਜਿਹੜੇ ਸਪਾਊਸ ਆਉਂਦੇ ਹੈ ਆਰ ਦੇ ਮਤਲਬ ਪੁਟਿੰਗ ਦੇਅਰ ਐਫਰਟਸ ਟੂ ਇੰਪਰੂਵ ਦ ਇਕੋਨਮੀ ਆਫ ਕੈਨੇਡਾ। ਸੀ ਕੋਈ ਵੀ ਸਰਕਾਰ ਜਦੋਂ ਤੁਹਾਨੂੰ ਵੀਜ਼ਾ ਦਿੰਦੀ ਹੈ, ਚਾਹੇ ਉਹ ਸਟੂਡੈਂਟ ਵੀਜ਼ਾ ਦਿੰਦੀ ਹੈ, ਚਾਹੇ ਉਹ ਸਪਾਊਸ ਡਿਪੈਂਡੈਂਟ ਵੀਜ਼ਾ ਦਿੰਦੀ ਹੈ, ਚਾਹੇ ਉਹ ਇੰਪਲੋਇਮੈਂਟ ਬੇਸ 'ਤੇ ਵੀਜ਼ਾ ਦਿੰਦੀ ਹੈ, ਚਾਹੇ ਉਹ ਇਨਵੈਸਟਰ ਕੇਸ 'ਤੇ ਵੀਜ਼ਾ ਦਿੰਦੀ ਹੈ। ਸੋ ਅਲਟੀਮੇਟਲੀ ਮੋਟਿਵ ਇਹ ਹੁੰਦਾ ਕਿ ਜਿਹੜਾ ਬੰਦਾ ਕੈਨੇਡਾ ਪਹੁੰਚ ਰਿਹਾ ਪਹਿਲਾਂ ਤਾਂ ਉਹ ਰੂਲਸ ਐਂਡ ਰੈਗੂਲੇਸ਼ਨ फॉलो कर रहा उस कंट्री दे, दूसरा कि उस कंट्री की इकोनमी च मदद कर रहा। सो मतलब स्टूडेंट स्पाउस या ਜਿਹੜੇ ਵੀ ਲੋਕ ਕਿਸੇ ਵੀ ਕੰਟਰੀ ਜਾਣਾ ਚਾਹੁੰਦੇ ਹੈ ਤੁਹਾਨੂੰ ਇਹ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਜਦੋਂ ਤੁਹਾਨੂੰ ਇੱਕ ਸਰਕਾਰ ਨੇ ਵੀਜ਼ਾ ਦਿੱਤਾ ਹੈ ਤਾਂ ਅਸੀਂ ਉਹਦੇ ਰੂਲਸ ਐਂਡ ਰੈਗੂਲੇਸ਼ਨ ਫੋਲੋ ਕਰੀਏ। ਔਰ ਜੇ ਅਸੀਂ ਰੂਲਸ ਐਂਡ ਰੈਗੂਲੇਸ਼ਨ ਫੋਲੋ ਕਰਦੇ ਹਾਂ ਔਰ ਉਸ ਵੀਜ਼ਾ ਦੇ ਉੱਤੇ ਉਹ ਸਰਕਾਰ ਨੂੰ ਲੱਗਦਾ ਕਿ ਇਹਦਾ ਫਾਇਦਾ ਹੋ ਰਿਹਾ ਤਾਂ ਉਹ ਪਾਲਿਸੀਆਂ ਪੱਕੀਆਂ ਕਰ ਦਿੱਤੀਆਂ ਜਾਂਦੀਆਂ। ਜਿਵੇਂ ਕਿ ਤੁਹਾਨੂੰ ਪਤਾ ਹੋਏਗਾ ਕਿ UK ਸਟੂਡੈਂਟ ਵੀਜ਼ਾ ਪਾਲਿਸੀ ਚੇਂਜਸ ਆਉਂਦੇ ਹੀ ਰਹਿੰਦੇ ਹੈਗੇ ਕਿਉਂਕਿ UK ਨੂੰ ਕਿਤੇ ਨਾ ਕਿਤੇ ਲੱਗਿਆ ਕਿ ਜਿਹੜੇ ਸਟੂਡੈਂਟ ਵੀਜ਼ਾ ਉੱਥੇ ਪਹੁੰਚ ਰਹੇ हैं, दे आर जस्ट रीचिंग एंड दे आर नॉट कॉन्ट्रीब्यूटिंग टू द इकोनॉमी ऑफ UK, ਤਾਂ ਕਰਕੇ ਉਹ ਮੇਜਰ ਚੇਂਜਸ ਲਿਆਂਦੇ ਗਏ। ਪਰ ਜਦੋਂ ਉਹਨਾਂ ਨੇ ਕੈਨੇਡਾ ਦਾ ਮਾਡਲ ਸਟੱਡੀ ਕੀਤਾ ਇਮੀਗ੍ਰੇਸ਼ਨ ਦਾ, ਸਟੂਡੈਂਟ ਵੀਜ਼ਾ ਦਾ, ਤਾਂ ਹੁਣ ਹਰ ਕੰਟਰੀ ਨੂੰ ਲੱਗ ਰਿਹਾ ਕਿ ਦਿਸ ਮਾਡਲ ਇਜ਼ ਰੀਅਲੀ ਸਕਸੈਸਫੁਲ। ਸੋ ਕੈਨੇਡਾ ਨੇ ਓਪਨ ਸਪਾਊਸ ਵੀਜ਼ਾ, ਡਿਪੈਂਡੈਂਟ ਵੀਜ਼ਾ ਐਜ਼ ਅ ਪਾਇਲਟ ਪ੍ਰੋਗਰਾਮ ਲਾਂਚ ਕੀਤਾ ਸੀ। ਪਰ ਹੁਣ ਮਹੀਨਾ ਕੁ ਪਹਿਲਾਂ, ਮਹੀਨਾ ਡੇਢ ਪਹਿਲਾਂ ਉਹਨੂੰ ਪ੍ਰੋਗਰਾਮ ਨੂੰ ਇੱਕ ਹਿੱਸਾ ਬਣਾ ਲਿਆ ਆਪਣੀ ਇਮੀਗ੍ਰੇਸ਼ਨ ਪਾਲਿਸੀ ਦਾ, ਉਹਨੂੰ ਪੱਕਾ ਕਰ ਦਿੱਤਾ ਗਿਆ, ਜਿਹੜੀ ਕਿ ਇੱਕ ਬਹੁਤ ਹੀ ਵਧੀਆ ਨਿਊਜ਼ ਹੈਗੀ ਹੈ। ਜਿਹੜੇ ਸਪਾਊਸ ਕੈਨੇਡਾ ਜਾਣਾ ਚਾਹੁੰਦੇ ਹੈ, ਜਿਨ੍ਹਾਂ ਦੇ ਸਪਾਊਸ ਜਾਣਾ ਚਾਹੁੰਦੇ, ਉਹਨਾਂ ਦੇ ਬੱਚੇ ਜਾਣਾ ਚਾਹੁੰਦੇ ਹੈ, ਉਹਨਾਂ ਲਈ ਇੱਕ ਬਹੁਤ ਹੀ ਪੋਜ਼ਿਟਿਵ ਨਿਊਜ਼ ਹੈਗੀ ਹੈ। ਔਰ ਫਿਊਚਰ ਸਮਝ ਲਓ ਕਿ ਬ੍ਰਾਈਟ ਹੈਗਾ ਕਿਉਂਕਿ ਉਹ ਪਾਇਲਟ ਪ੍ਰੋਗਰਾਮ ਦੇ ਤਹਿਤ ਉਸ ਪ੍ਰੋਗਰਾਮ ਨੂੰ ਉਹਦੇ ਜਿਹੜੇ ਸਟੂਡੈਂਟਸ ਦੇ ਸਪਾਊਸਿਸ ਉੱਥੇ ਗਏ ਉਹਨਾਂ ਨੇ ਅੱਛਾ ਕੀਤਾ। ਔਰ ਓਵਰਆਲ ਜੇ ਅਸੀਂ ਕਰੀਏ ਸਾਡੀ ਕਮਿਊਨਿਟੀ ਵਾਸਤੇ ਇਹ ਬਹੁਤ ਵਧੀਆ ਹੋ ਗਿਆ ਕਿ ਇਹ ਪਾਲਿਸੀ ਪੱਕੀ ਕਰ ਦਿੱਤੀ ਗਈ। ਬਿਲਕੁਲ ਠੀਕ ਹੈ। ਹੁਣ ਇਹਦਾ ਫਾਇਦਾ ਸਾਡਾ ਕਿਹੜਾ ਸਟੂਡੈਂਟ ਚੱਕ ਸਕਦਾ ਹੈ?
ਸੀ ਨਾਰਮਲੀ ਜਿੰਨੇ ਵੀ ਸਟੂਡੈਂਟਸ ਮੈਰਿਡ ਹੁੰਦੇ ਆ ਸੋ ਉਹਨਾਂ ਦੇ ਸਪਾਊਸ ਕੈਨੇਡਾ ਜਾ ਸਕਦੇ ਆ, ਉਹਨਾਂ ਦੇ ਬੱਚੇ ਵੀ ਕੈਨੇਡਾ ਜਾ ਸਕਦੇ ਆ। ਪਰ ਹੁਣ ਇਸ ਤੋਂ ਬਾਅਦ ਲਾਈਫ ਤੇ ਜਦੋਂ ਸਾਨੂੰ ਸਵਾਲ ਆਉਂਦੇ ਆ, ਇੱਕ ਸਵਾਲ ਜ਼ਰੂਰ ਆਉਂਦਾ ਜਿਹੜਾ ਕਿ ਬਹੁਤ ਹੀ ਕਾਮਨ ਸਵਾਲ ਹੈਗਾ ਕਿ ਤੁਸੀਂ ਕੀ ਕਹਿੰਦੇ ਅਸੀਂ ਨਾਲ ਜਾ ਸਕਦੇ ਆ, ਮਤਲਬ ਆਪਣੀ ਸਪਾਊਸ ਦੇ ਨਾਲ ਅਸੀਂ ਸਪਾਊਸ ਡਿਪੈਂਡੈਂਟ ਵੀਜ਼ਾ ਅਪਲਾਈ ਕਰ ਸਕਦੇ ਆ। ਸੋ ਨਾਰਮਲੀ ਇਦਾਂ ਦਾ ਕੋਈ ਰੂਲ ਨਹੀਂ ਹੈਗਾ ਕਿ ਤੁਸੀਂ ਨਾਲ ਨਹੀਂ ਜਾ ਸਕਦੇ, ਬਟ ਜੇ ਮੈਂ ਤੁਹਾਨੂੰ ਕਹਾਂ ਕਿ ਤੁਸੀਂ ਨਾਲ ਅਪਲਾਈ, ਮੇਰੀ ਪ੍ਰੈਫਰੈਂਸ ਕੀ ਹੈ? ਸੋ ਮੇਰੀ ਪ੍ਰੈਫਰੈਂਸ ਇਹ ਹੋ ਜਾਂਦੀ ਹੈ ਕਿ ਸਟੂਡੈਂਟ ਕੈਨੇਡਾ ਪਹੁੰਚੇ ਔਰ ਇੱਕ ਸਮੈਸਟਰ ਦੀ ਆਪਣੀ ਪੜ੍ਹਾਈ ਖਤਮ ਕਰੇ, ਫਿਰ ਮੈਂ ਉਹਦੇ ਸਪਾਊਸ ਦਾ ਵੀਜ਼ਾ ਲਾਵਾਂ। ਦੈਟ ਵਿਲ ਹੈਵ ਐਨ ਇਨਕਰੀਜ਼ ਚਾਂਸ ਆਫ ਵੀਜ਼ਾ। ਜਦੋਂ ਮੈਂ ਨਾਲ ਹੀ ਇਹ ਤੁਹਾਡੀ ਫਾਈਲ ਪੁੱਟ ਅਪ ਕਰ ਦਿੰਨਾ ਸੋ ਉਹਦੇ ਤੇ ਕਈ ਨਾ ਕਿਤੇ ਨੈਗੇਟਿਵ ਇਫੈਕਟ ਜ਼ਰੂਰ ਆ ਜਾਂਦਾ ਹੈ ਕਿ ਤੁਸੀਂ ਨਾਲ ਜਾਣਾ ਚਾਹੁੰਦੇ ਹੋ ਤਾਂ ਮੋਟਿਵ ਕਲੀਅਰ ਨਹੀਂ ਹੈਗਾ। ਸੋ ਸਟੂਡੈਂਟ ਵੀਜ਼ਾ ਰਿਫਿਊਜ਼ਲ ਦੇ ਵੀ ਚਾਂਸਸ ਵੱਧ ਜਾਂਦੇ ਆ। ਸੋ ਮੇਰਾ ਪਹਿਲਾ ਮੋਟਿਵ ਇਹ ਹੁੰਦਾ ਕਿ ਪਹਿਲਾਂ ਤਾਂ ਤੁਹਾਡੇ ਸਟੂਡੈਂਟ ਵੀਜ਼ਾ ਲੱਗੇ ਔਰ ਉਸ ਤੋਂ ਬਾਅਦ ਤੁਸੀਂ ਉੱਥੇ ਜਾ ਕੇ ਪੜ੍ਹਾਈ ਕਰੋ ਔਰ ਫਿਰ ਤੁਸੀਂ ਆਪਣੀ ਸਪਾਊਸ ਵੀਜ਼ਾ ਅਪਲਾਈ ਕਰੋ। ਪਰ ਹੁਣ ਇੱਦਾਂ ਇੱਕ ਹੋਰ ਸਵਾਲ ਉੱਠਦਾ ਕਿ ਜਿਹੜੇ ਸਟੂਡੈਂਟਸ ਆਨਲਾਈਨ ਪੜ੍ਹ ਰਹੇ ਆ ਉਹਨਾਂ ਦੇ ਸਪਾਊਸ ਦਾ ਵੀਜ਼ਾ ਕਿੱਦਾਂ ਲੱਗੇਗਾ? ਸੋ ਉਹਨਾਂ ਨੂੰ ਵੀ ਮੇਰੀ ਇਹੀ ਸੁਜੈਸ਼ਨ ਹੈਗੀ ਹੈ ਕਿ ਸਪਾਊਸ ਨੇ ਜੇ ਆਨਲਾਈਨ ਪੜ੍ਹਾਈ ਸ਼ੁਰੂ ਕਰਤੀ ਹੈ ਔਰ ਜਦੋਂ ਉਹ ਆਪਣਾ ਇੱਕ ਇਨਟੇਕ ਖਤਮ ਕਰ ਲੈਣਗੇ, ਰਿਜ਼ਲਟ ਉਹਨਾਂ ਦੇ ਹੱਥ 'ਚ ਆ ਜਾਏਗਾ ਤਾਂ ਤੁਸੀਂ ਆਪਣਾ ਸਪਾਊਸ ਵੀਜ਼ਾ ਅਪਲਾਈ ਕਰ ਸਕਦੇ ਹੋ। ਬਟ ਪ੍ਰੋਫਾਈਲ ਟੂ ਪ੍ਰੋਫਾਈਲ ਡਿਪੈਂਡ ਕਰੇਗਾ ਕਿ ਤੁਸੀਂ ਇੱਥੇ ਕੀ ਕੰਮ ਕਰਦੇ ਹੋ, ਤੁਹਾਡੀ ਇੱਥੇ ਕਿੰਨੀ ਐਨੂਅਲ ਇਨਕਮ ਹੈ, ਤੁਸੀਂ ਕਿਹੜੀ ਫੈਮਿਲੀ ਤੋਂ ਬਿਲੋਂਗ ਕਰਦੇ ਹੋ, ਹਾਊ ਸਟਰੋਂਗ ਆਰ ਯਰ ਟਾਈਜ਼ ਇਨ ਇੰਡੀਆ, ਮਤਲਬ ਕਿੱਦਾਂ ਦੇ ਤੁਹਾਡੇ ਰਿਲੇਸ਼ਨਸ਼ਿਪਸ ਹੈਗੇ ਆ ਇੰਡੀਆ ਵਿੱਚ। ਐਜੂਕੇਸ਼ਨ ਕੁਆਲੀਫਿਕੇਸ਼ਨ ਬਿਲਕੁਲ ਹਰ ਚੀਜ਼ ਮੈਟਰ ਕਰੇਗੀ ਜਦੋਂ ਆਪਾਂ ਸਪਾਊਸ ਡਿਪੈਂਡੈਂਟ ਵੀਜ਼ਾ ਅਪਲਾਈ ਕਰਨਾ ਹੈ। ਸੋ ਇਟ ਵਿਲ ਰੇਂਜ ਫਰਮ ਪ੍ਰੋਫਾਈਲ ਟੂ ਪ੍ਰੋਫਾਈਲ ਕਿ ਤੁਸੀਂ ਸਪਾਊਸ ਡਿਪੈਂਡੈਂਟ ਵੀਜ਼ਾ ਤੇ ਜਾ ਸਕਦੇ ਹੋ ਕਿ ਨਹੀਂ ਜਾ ਸਕਦੇ, ਐਂਡ ਵੀਜ਼ਾ ਤੁਹਾਡਾ ਲੱਗ ਸਕਦਾ ਹੈ ਕਿ ਨਹੀਂ ਲੱਗ ਸਕਦਾ। ਬਿਲਕੁਲ ਠੀਕ ਹੈ ਜੀ। ਬਹੁਤ ਸਾਰੇ ਇੰਪੋਰਟੈਂਟ ਪੈਰਾਮੀਟਰਸ ਨੇ ਜਿਹੜੇ ਉਹ ਭਾਟੀਆ ਜੀ ਨੇ ਸਾਂਝੇ ਕੀਤੇ ਨੇ। ਭਾਟੀਆ ਜੀ ਇਹਦੇ ਵਿੱਚ ਵੀ ਕੀ ਇਹ ਮੈਟਰ ਕਰਦਾ ਕਿ ਇਹ ਜਨਵਰੀ ਇਨਟੇਕ ਹੈ, ਫੈਬਰਰੀ ਇਨਟੇਕ ਹੈ ਜਾਂ ਮਾਰਚ ਜਾਂ ਮਈ? ਨਹੀਂ, ਦੇਖੋ ਸਪਾਊਸ ਵੀਜ਼ਾ ਲਈ ਜਿਹੜੇ ਹੁਣ ਪਹਿਲੀ ਗੱਲ ਤਾਂ ਉਹਨਾਂ ਸਟੂਡੈਂਟਸ ਦੀ ਜਾਂ ਸਪਾਊਸ ਦੀ ਮੈਂ ਗੱਲ ਕਰਦਾ ਜਿਨ੍ਹਾਂ ਦੀ ਆਲਰੇਡੀ ਵਾਈਫ ਕੈਨੇਡਾ 'ਚ ਹੈਗੀਆਂ ਔਰ ਉਹ ਆਪਣੀ ਵਾਈਫ ਨੂੰ ਜੁਆਇਨ ਕਰਨਾ ਚਾਹੁੰਦੇ ਆ, ਜਾਂ ਜਿਹੜੀਆਂ ਲੜਕੀਆਂ ਆਪਣੇ ਹਸਬੈਂਡ ਨੂੰ ਜੁਆਇਨ ਕਰਨੀਆਂ ਚਾਹੁੰਦੀਆਂ ਕਿਉਂਕਿ ਡਿਊ ਟੂ ਕੋਵਿਡ-19 ਬਹੁਤ ਸਾਰਿਆਂ ਦੇ ਪਲਾਨਸ ਚੇਂਜ ਹੋ ਗਏ, ਤਾਂ ਮੈਂ ਸਾਰਿਆਂ ਨੂੰ ਹੀ ਗਾਈਡ ਕਰਾਂਗਾ ਕਿ ਯੈਸ ਯੂ ਕੈਨ ਪੁੱਟ ਅਪ ਯਰ ਫਾਈਲ ਆਨਲਾਈਨ ਰਾਈਟ ਨਾਓ। ਆਲਸੋ ਵੀ ਆਰ ਪ੍ਰੋਸੈਸਿੰਗ ਆਨਲਾਈਨ ਫਾਈਲਸ ਐਂਡ ਤੁਸੀਂ ਆਪਣੀ ਸਪਾਊਸ ਡਿਪੈਂਡੈਂਟ ਦੀ ਫਾਈਲ ਆਨਲਾਈਨ ਪੁੱਟ ਅਪ ਕਰ ਸਕਦੇ ਹੋ। ਵੀ ਆਰ ਡੂਇੰਗ ਦੈਟ ਐਂਡ ਸਾਡੇ ਇਸ ਟਾਈਮ ਦੇ ਦੌਰਾਨ ਵੀ 3-4 ਸਪਾਊਸ ਡਿਪੈਂਡੈਂਟ ਵੀਜ਼ਾ ਦੇ ਹੈਵ ਟਰੈਵਲ ਟੂ ਕੈਨੇਡਾ। ਸੋ ਜਿਨ੍ਹਾਂ ਦੇ ਵੀਜ਼ਾ ਲੱਗੇ ਹੋਏ ਸੀ ਦੇ ਹੈਵ ਟਰੈਵਲਡ ਐਂਡ ਜੁਆਇਨਡ देयर ਸਪਾਊਸਸ। ਤਾਂ ਤੁਸੀਂ ਅੱਜ ਦੀ ਡੇਟ 'ਚ ਵੀ ਆਪਣੇ ਸਪਾਊਸ ਨੂੰ ਡਿਪੈਂਡੈਂਟ ਵੀਜ਼ਾ ਲਈ ਅਪਲਾਈ ਕਰ ਸਕਦੇ ਹੋ। ਸਪੋਜ਼ ਤੁਸੀਂ ਇੰਡੀਆ 'ਚ ਆਏ ਹੋਏ ਸੀ ਔਰ ਤੁਸੀਂ 4 ਮਹੀਨੇ ਦੀ ਸਟੱਡੀ ਆਨਲਾਈਨ ਕਰ ਲਈ ਹੈ, ਉਹ ਵਾਲੇ ਸਾਰੇ ਵੀ ਆਪਣੇ ਸਪਾਊਸ ਦਾ ਡਿਪੈਂਡੈਂਟ ਵੀਜ਼ਾ ਅਪਲਾਈ ਕਰ ਸਕਦੇ ਆ। ਸੋ ਸਪਾਊਸ ਜਾਂ ਸਟੂਡੈਂਟਸ, ਸੋ ਇਹਦੇ ਲਈ ਤੁਹਾਨੂੰ ਇੱਕ ਪ੍ਰੋਪਰ ਇਨਫੋਰਮੇਸ਼ਨ ਚਾਹੀਦੀ ਹੋਏਗੀ। ਫਿਰ ਇਸ ਤੋਂ ਬਾਅਦ ਇੱਕ ਹੋਰ ਸਵਾਲ ਆਉਂਦਾ ਜਿਹੜੇ ਸਟੂਡੈਂਟਸ ਮੈਨੂੰ ਬਹੁਤ ਕਾਮਨਲੀ ਪੁੱਛਦੇ ਆ ਕਿ ਸਰ ਇਹਦੇ 'ਚ ਇੰਟਰਵਿਊ ਆਉਂਦੀ ਹੈ ਕਿ ਨਹੀਂ ਆਉਂਦੀ। ਸੋ ਕਹਿਣ ਦਾ ਭਾਵ ਤਾਂ ਇਹ ਹੁੰਦਾ ਐਮਬੈਸੀ ਕਹਿੰਦੀ ਹੈ ਕਿ ਅਸੀਂ ਸਪਾਊਸ ਦੀ ਇੰਟਰਵਿਊ ਲਵਾਂਗੇ, ਪਰ ਅੱਜ ਤੱਕ ਜਿੰਨੇ ਵੀ ਅਸੀਂ ਕੇਸਿਸ ਪ੍ਰੋਸੈਸ ਕੀਤੇ ਆ ਉਹਨਾਂ 'ਚੋਂ ਕਿਸੇ ਦੀ ਵੀ ਇੰਟਰਵਿਊ ਅੱਜ ਤੱਕ ਨਹੀਂ ਆਈ ਹੈ। ਸੋ 99% ਆਫ ਜਿਹਦਾ ਮੇਰਾ ਐਕਸਪੀਰੀਅੰਸ ਹੈਗਾ ਇੰਨੇ ਚਿਰ ਦਾ, ਉਹਦੇ 'ਚ ਮੈਂ ਸਾਰਿਆਂ ਨੂੰ ਕਹਾਂਗਾ ਕਿ ਜਿੰਨੇ ਸਪਾਊਸ ਦੀ ਜਿਹੜੀ ਇੰਟਰਵਿਊ ਹੈਗੀ ਆ ਉਹ ਅੱਜ ਤੱਕ ਨਹੀਂ ਆਈ ਹੈ। ਸੋ ਡਰਨ ਦੀ ਲੋੜ ਨਹੀਂ ਹੈਗੀ। ਦੇयर इज़ नो ਇੰਟਰਵਿਊ ਇਨ ਦਿਸ ਸਪਾਊਸ ਡਿਪੈਂਡੈਂਟ ਵੀਜ਼ਾ। 99% 1% ਚਾਂਸ ਹੋ ਸਕਦਾ ਹੈ ਕਿ ਤੁਹਾਡੀ ਇੰਟਰਵਿਊ ਆਏ। ਫਿਰ ਇੱਕ ਤੀਜਾ ਬਹੁਤ ਕਾਮਨ ਸਵਾਲ ਹੈ ਦੱਲਾ ਜੀ, ਜੋ ਕਿ ਅੱਜ ਨਾਰਮਲੀ ਆਪਣੇ ਸਪਾਊਸ ਨੂੰ, ਸਟੂਡੈਂਟਸ ਨੂੰ ਇਹ ਸਵਾਲ ਦਾ ਸਾਹਮਣਾ ਕਰਨਾ ਪੈਂਦਾ ਹੈ ਔਰ ਬਹੁਤ ਸਾਰੇ ਸਟੂਡੈਂਟਸ ਜਾਂ ਸਪਾਊਸ ਮਤਲਬ ਅਣਗਹਿਲੀਆਂ ਕਰ ਬੈਠਦੇ ਆ ਜਿਹੜੀ ਆਪਣੀ ਫਾਈਲ ਲਵਾਉਣ ਪਿੱਛੇ। ਸੋ ਤੁਸੀਂ ਆਪਣੀ ਫਾਈਲ ਪੁੱਟ ਅਪ ਕਰ ਦਿੰਦੇ ਹੋ, ਕਈ ਵਾਰੀ ਤੁਸੀਂ ਆਪੇ ਹੀ ਆਪਣੀ ਫਾਈਲ ਪੁੱਟ ਅਪ ਕਰ ਦਿੰਦੇ ਹੋ ਔਰ ਕਈ ਵਾਰੀ ਤੁਸੀਂ ਇੱਕ ਅਣਜਾਣ ਬੰਦੇ ਤੋਂ ਜਿਨ੍ਹਾਂ ਨੂੰ ਐਕਸਪੀਰੀਅੰਸ ਨਹੀਂ ਹੈਗਾ ਉੱਥੋਂ ਆਪਣੀ ਫਾਈਲ ਪੁੱਟ ਅਪ ਕਰਾ ਲੈਂਦੇ ਹੋ ਔਰ ਅਲਟੀਮੇਟਲੀ ਕੀ ਹੁੰਦਾ ਕਿ ਤੁਹਾਨੂੰ ਰਿਫਿਊਜ਼ਲ ਦਾ ਸਾਹਮਣਾ ਕਰਨਾ ਪੈ ਜਾਂਦਾ। ਔਰ ਬਹੁਤ ਕਾਮਨ ਕੁਐਸਚਨ ਹੈ ਜਿਹੜੇ ਕਿ ਮੈਨੂੰ ਪੁੱਛਦੇ ਆ ਕਿ ਮੇਰੀ ਰਿਫਿਊਜ਼ਲ ਆ ਗਈ ਹੈ, ਨਾਓ ਵਾਟ ਕੈਨ ਵੀ ਡੂ। ਸੋ ਉਹੀ ਅਸੈਸਮੈਂਟ ਕਰਨੀ ਪਏਗੀ ਕਿ ਤੁਸੀਂ ਸਪਾਊਸ ਨੂੰ ਜਾ ਸਕਦੇ ਹੋ ਕਿ ਨਹੀਂ ਜਾ ਸਕਦੇ। ਔਰ ਜੇ ਤੁਸੀਂ ਰਿਫਿਊਜ਼ਡ ਹੈਗੇ ਹੋ and you want to reapply, you can definitely reapply. We will put up your case again and we will make it more strong. देखो वीज़ा गारंटी नाम दी कोई चीज़ नहीं हुंदी, so but we will put our 100% effort to betterment of your file ताकि तुहाडा वीज़ा लग सके। बिल्कुल ठीक है जी, थैंक यू सो मच। बड़ी इंपॉर्टेंट इन्फॉर्मेशन है जी ਉਹ ਭਾਟੀਆ ਜੀ ਨੇ ਸਾਡੇ ਨਾਲ ਸ਼ੇਅਰ ਕੀਤੀ ਹੈ। ਸੋ ਨਿਸ਼ਚਿਤ ਤੌਰ ਤੇ ਮੈਨੂੰ ਲੱਗਦਾ ਸਟੂਡੈਂਟਸ ਨੂੰ ਬਹੁਤ ਵੱਡੀ ਕਲੈਰਿਟੀ ਵੀ ਹੋਈ ਹੋਣੀ ਹੈ। 90413 90412 ਹਮੇਸ਼ਾ ਦੀ ਤਰ੍ਹਾਂ ਮੈਂ ਕਹਿਣਾ ਹੁੰਦਾ ਇਹ ਨੰਬਰ ਨੂੰ ਮੋਬਾਈਲ 'ਚ ਸੇਵ ਕਰਕੇ ਰੱਖੋ। ਕਦੀ ਵੀ ਜ਼ਰੂਰਤ ਹੈ ਤੇ ਤੁਸੀਂ ਫੋਨ ਕਰ ਸਕਦੇ ਹੋ। ਕੋਈ ਕਲੈਰੀਫਿਕੇਸ਼ਨ ਚਾਹੀਦੀ ਹੈ ਤੇ ਇਸੇ ਨੰਬਰ ਤੇ ਟੈਲੀਫੋਨ ਕਰੋ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ।